ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੱਪੈ ਪਾਤਸ਼ਾਹ ਪਰਮੇਸ਼ਰ ਵੇਖਣ ਕਉ ਪਰਪੰਚ ਕੀਆ। ਪੱਪੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ ਕਿ ਉਹ ਪਰਮੇਸ਼ਰ ਸਾਰਿਆਂ ਦਾ ਪਾਤਸ਼ਾਹ ਕਹੀਏ ਬਾਦਸ਼ਾਹ ਹੈ। ਪਾਤ ਸਾਹੋ ਪਾਤ ਤਖਤ ਦਾ ਸਾਹੋ ਮਾਲਕ ਹੈ, ਜਿਸ ਨੇ ਧਰਤੀ ਤਖਤ ਬਣਾਈ ਹੋਈ ਹੈ, ਆਕਾਸ਼ ਚੰਦੋਆ ਬਣਾਇਆ ਹੈ, ਤਾਰੇ ਮੰਡਲ ਬਲੌਰ ਟੰਗੇ ਹੋਏ ਹਨ, ਚੰਦ ਤੇ ਸੂਰਜ ਸੋਹਣੇ ਗਹਿਣੇ ਲਾਏ ਹੋਏ ਹਨ। ਇਹੋ ਜਿਹਾ ਪਾਤਸ਼ਾਹ ਹੈ ਜਿਸ ਨੇ ਆਪਣੇ ਵੇਖਣ ਨੂੰ ਇਹ ਪ੍ਰਪੰਚ ਸੰਸਾਰ ਨੂੰ ਰਚਨਾ ਕੀਤਾ ਹੈ। ਦੇਖੈ ਬੁੱਝੈ ਸਭ ਕਿਛ ਜਾਣੈ, ਅੰਤਰ ਬਾਹਰ ਰਬ ਰਹਿਆ। ਪਰਮੇਸ਼ਰ ਜੀਵਾਂ ਦੇ ਕੀਤੇ ਗੁਪਤ ਕੰਮਾਂ ਨੂੰ ਵੇਖਦਾ ਹੈ ਤੇ ਮਨ ਦੇ ਸੰਕਲਪਾਂ ਨੂੰ ਬੁੱਝਦਾ ਭਾਵ ਸਮਝਦਾ ਹੈ। ਉਹ ਸਾਰਾ ਕੁਝ ਹੀ ਜਾਣਦਾ ਹੈ। ਸਾਰਿਆਂ ਦੇ ਹਿਰਦਿਆਂ ਵਿੱਚ ਤੇ ਬਾਹਰ ਸੰਸਾਰ ਵਿੱਚ ਸਾਰੇ ਪਰਮੇਸ਼ਰ ਵਿਆਪਕ ਹੋ ਰਿਹਾ ਹੈ। ਫੱਫੈ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਧ ਲਿਆ। ਫੱਫੇ ਅੱਖਰ ਦੁਆਰਾ ਪਾਵਨ ਉਪਦੇਸ਼ ਦਿੰਦੇ ਹਨ ਕਿ ਮਾਇਆ ਦੇ ਮੋਹ, ਸਰੀਰਾਂ ਦੇ ਮੋਹ ਤੇ ਵਿਸ਼ਿਆਂ ਦੀ ਫਾਸੀ ਫੰਦੀ ਵਿੱਚ ਸਾਰਾ ਸੰਸਾਰ ਹੀ ਫਸਿਆ ਹੋਇਆ, ਜਿਸ ਕਰਕੇ ਅੰਤ ਨੂੰ ਧਰਮ ਰਾਜੇ ਦੇ ਜਮਾਂ ਨੇ ਇਸ ਨੂੰ ਮਾਇਕੀ ਸੰਗਲ ਜੰਜੀਰਾਂ ਦੇ ਨਾਲ ਬੰਨ੍ਹ ਲਿਆ ਹੈ। ਮਾਇਕੀ ਸੰਗਲ ਮਰਨ ਵਾਲੇ ਦੀ ਰੂਹ ਨੂੰ ਪੈਂਦੇ ਹਨ, ਉਸੇ ਨੂੰ ਦਿਸਦੇ ਹਨ, ਦੂਸਰੇ ਕੋਲ ਖੜੇ ਵੇਖਦੇ ਰਹਿ ਜਾਂਦੇ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸਰਣਾਗਤ ਭਜ ਪਿਆ। ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਉਹ ਨਰ ਪੁਰਖ ਜਮਾਂ ਦੇ ਸੰਗਲ ਤੋਂ ਉਬਰੇ ਬਚੇ ਹਨ, ਜਿਹੜੇ ਭੱਜ ਦੌੜ ਕੇ ਵਾਹਿਗੁਰੂ ਦੀ ਸਰਣਾਗਤ ਸ਼ਰਨ ਵਿੱਚ ਪਏ ਹਨ। ਬੱਬੈ ਬਾਜੀ ਖੇਲਣ ਲਾਗਾ, ਚੌਪੜ ਕੀਤੇ ਚਾਰ ਜੁੱਗਾ। ਬੱਬੇ ਅੱਖਰ ਦੁਆਰਾ ਉਪਦੇਸ਼ ਦਿੰਦੇ ਹਨ ਕਿ ਇਹ ਕੁਦਰਤ ਹੈ ਜੋ ਸੰਸਾਰ ਨੂੰ ਬਾਜੀ ਖੇਲ ਬਣਾ ਕੇ ਖੇਡਣ ਲੱਗਾ ਹੋਇਆ, ਭਾਵ ਮਾਇਆ ਦੁਆਰਾ ਸੰਸਾਰ ਦੀ ਰਚਨਾ ਰਚਣ ਲੱਗਾ ਹੈ, ਅਤੇ ਚਾਰ ਜੁੱਗਾ ਜੁਗ ਚੌਪਟ ਬਣਾਉਣਾ ਕੀਤੇ ਹਨ। ਇਸ ਵਿੱਚ 84 ਲੱਖ ਰੂਪ ਜੂਨਾਂ ਦੇ ਖਾਨੇ ਹਨ। ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ ਚਾਰ ਪਾਸੇ ਹਨ। ਜੀ ਅਜੰਤ ਸਭ ਸਾਰੀ, ਕੀਤੇ ਪਾਸਾ ਢਾਲਣ ਆਪ ਲੱਗਾ। ਹਾਂ ਜੀਵ ਜੀ ਕਹੀਏ ਸੂਖਮ ਜੀਵ, ਜੰਤ ਅਸਥੂਲ ਜੀਵ, ਭਾਵ ਉੱਤਮ, ਮੱਧਮ, ਕਨਿਸ਼ਟ, ਅਦਮ, ਸਾਰੇ ਹੀ ਸਾਰ ਭਾਵ ਨਰਦਾਂ ਦੀ ਨਿਆਈ ਬਣਾਉਣਾ ਕੀਤੇ ਆ। ਆਪ ਹੀ ਤਿੰਨਾਂ ਗੁਣਾ ਰੂਪੀ ਪਾਸਾ ਢਾਲਣ ਉੱਪਰ ਥੱਲੇ ਕਰਨ ਲੱਗਾ। ਰਾਜਸੀ ਪੁਰਖਾਂ ਨੂੰ ਮਨੁੱਖ ਦੇ, ਸਾਤਕੀ ਪੁਰਖਾਂ ਨੂੰ ਦੇਵ ਦੇਹੀ, ਤਾਮਸੀ ਪੁਰਖਾਂ ਨੂੰ ਪਸ਼ੂ ਪੰਛੀ ਆਦਿਕ ਦੀਆਂ ਦੇਹਾਂ ਪ੍ਰਾਪਤ ਹੁੰਦੀਆਂ, ਜਿਨ੍ਹਾਂ ਨੂੰ ਸ਼ਰਵਣ, ਮੰਨਣ, ਨਿਧਿਆਸਣ ਦਾ ਪਾਸਾ ਢਲਾਉਣ ਲੱਗਾ ਹੈ, ਉਹਨਾਂ ਦਾ ਮਨ ਆਪ ਦੇ ਸਰੂਪ ਵਿੱਚ ਲੱਗਾ ਹੈ। ਪੱਬੈ ਭਾਲੈ ਸੇ ਫਲ ਪਾਵੈ, ਗੁਰ ਪ੍ਰਸਾਦੀ ਜਿਨ ਕਉ ਭਉ ਪਿਆ। ਭੱਬੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦੇ ਰਹੇ ਹਨ, ਸਾਨੂੰ ਵੀ ਉਪਦੇਸ਼ ਦਿੰਦੇ ਹਨ। ਸਾਂਝਾ ਉਪਦੇਸ਼ ਸਾਰਿਆਂ ਤਾਈਂ ਸਤਿਗੁਰੂ ਦੱਸ ਰਹੇ ਆ ਕਿ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਪਰਮੇਸ਼ਰ ਦਾ ਹਿਰਦੇ ਵਿੱਚ ਭਉ ਡਰ ਪੈ ਗਿਆ ਹੈ। ਉਹ ਹੀ ਪਰਮੇਸ਼ਰ ਨੂੰ ਭਾਲੈ ਖੋਜਦੇ ਹਨ, ਉਹ ਹੀ ਬ੍ਰਹਮ ਗਿਆਨ ਰੂਪੀ ਫਲ ਨੂੰ ਪਾਉਂਦੇ ਹਨ, ਅਤੇ ਮਨਮੁਖ ਫਿਰਹਿ ਨ ਚੇਤੈ ਮੂੜੇ, ਲੱਖ 84 ਫੇਰ ਪਿਆ। ਮਨਮੁਖ ਮੂੜੇ ਮੂਰਖ ਬੇਸਮਝ ਪੁਰਖ ਮਨੁੱਖਾ ਜਨਮ ਪਾ ਕੇ ਬੇਅਰਥ ਹੀ ਤੁਰੇ ਫਿਰਦੇ ਹਨ। ਪਰਮੇਸ਼ਰ ਦੇ ਨਾਮ ਨੂੰ ਉੱਕਾ ਹੀ ਚੇਤੇ ਹੀ ਨਹੀਂ ਕਰਦੇ, ਜਿਸ ਕਰਕੇ ਉਹਨਾਂ ਨੂੰ 84 ਲੱਖ ਜੂਨਾਂ ਦਾ ਫੇਰ ਕਹੀਏ ਚੱਕਰ ਪਿਆ ਰਹਿੰਦਾ। ਭਾਵ ਮਨੁੱਖਾ ਜਨਮ ਦੁਹੇਲੀ ਦੀ ਨਿਆਈ ਹੈ। ਭਾਵੇਂ ਨਾਮ ਜਪ ਕੇ ਵਾਹਿਗੁਰੂ ਵੱਲ ਨੂੰ ਚਲਿਆ ਜਾਵੇ, ਭਾਵੇਂ ਮਨੁੱਖਾ ਜਨਮ ਵਿੱਚ ਪੈ ਕੇ ਸਿਮਰਨ ਨਾ ਕਰਕੇ 84 ਲੱਖ ਦੇ ਫੇਰੇ ਵਿੱਚ ਪੈ ਜਾਵੇ। ਮੰਮੈ ਮੋਹ ਮਰਨ ਮਧਸੂਦਨ, ਮਰਨ ਭਇਆ ਤਬ ਚੇਤਵਿਆ। ਮੰਮੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦੇ ਰਹੇ ਹਨ। ਦੱਸ ਰਹੇ ਜੀਵ ਮਾਇਆ ਦੇ ਮੋਹ, ਸੰਬੰਧੀਆਂ ਦੇ ਮੋਹ ਕਰਕੇ
ਤੂੰ ਮਧਸੂਦਨ ਮਧ ਦੈਂਤ ਨੂੰ ਸੂਦਨ ਮਾਰਨ ਵਾਲੇ ਪਰਮੇਸ਼ਰ ਵੱਲੋਂ ਮਰ ਰਿਹਾ ਹੈ। ਜਦੋਂ ਮਰਨਾ ਹੋਇਆ ਭਾਵ ਜਦੋਂ ਮੌਤ ਸਿਰ 'ਤੇ ਆਵੇਗੀ ਉਸ ਵੇਲੇ ਕੀ ਵਾਹਿਗੁਰੂ ਨੂੰ ਚੇਤਵਿਆ ਸਿਮਰਿਆ ਜਾਵੇਗਾ, ਭਾਵ ਫਿਰ ਵਾਹਿਗੁਰੂ ਚਿਤਵਿਆ ਨਹੀਂ ਜਾਵੇਗਾ। ਕਾਇਆ ਭੀਤਰ ਅਵਰੋ ਪੜਿਆ ਮੰਮਾ ਅੱਖਰ ਵੀਸਰਿਆ। ਇਸ ਕਾਇਆ ਦੇਹ ਦੇ ਭੀਤਰ ਅੰਦਰ ਹੋਰ ਸੁਭਾਅ ਕਰਕੇ ਅਵਰਨ ਦਾ ਪਰਦਾ ਪੈ ਗਿਆ। ਜਦੋਂ ਮਨੁੱਖਾ ਦੇਹ ਭੀਤਰ ਵਿੱਚੋਂ ਨਿਕਲ ਗਿਆ ਤਾਂ ਅਵਰੋ ਹੋਰਨਾਂ ਜੂਨਾਂ ਵਿੱਚ ਹੀ ਪੈ ਗਿਆ। ਤਦੋਂ ਮੰਮਾ ਅੱਖਰ ਮਰਣਾ ਮਧਸੂਦਨ ਇਹ ਦੋਵੇਂ ਵੀਸਰਿਆ ਭੁੱਲ ਗਏ। ਜਈਐ ਜਨਮ ਨ ਹੋਵੀ ਕਦਹੀ ਜੇ ਕਰ ਸੱਚ ਪਛਾਣੈ। ਯਈਏ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਇਸ ਜੀਵ ਦਾ ਫਿਰ ਕਦੇ ਵੀ ਜੰਮਣਾ ਨਹੀਂ ਹੋਵੇਗਾ ਜੇਕਰ ਗੁਰਾਂ ਦੁਆਰਾ ਸੱਚ ਸਰੂਪ ਦੀ ਪਹਿਚਾਣ ਕਰ ਲਵੇ। ਗੁਰਮੁਖ ਆਖੈ ਗੁਰਮੁਖ ਬੂਝੈ ਗੁਰਮੁਖ ਏਕੋ ਜਾਣੈ। ਗੁਰਮੁਖ ਤਤ ਬੇਤੇ ਸੱਚੇ ਬਚਨ ਆਖਦੇ ਹਨ ਤੇ ਗੁਰਮੁਖ ਅਧਿਕਾਰੀ ਹੀ ਸੱਚ ਨੂੰ ਬੁੱਝਦੇ ਹਨ। ਉਹ ਗੁਰਮੁਖ ਮੁਖੀ ਗੁਰੂ ਜੋ ਬ੍ਰਹਮ ਚੇਤਨ ਹੈ ਉਸ ਇੱਕ ਅਦਵੈਤ ਰੂਪ ਨੂੰ ਜਾਣ ਲੈਂਦੇ ਹਨ। ਜੋ ਗੁਰਮੁਖ ਗੁਰ ਸਤਿਗੁਰੂ ਸਾਹਿਬ ਦੇ ਮੁਖੋਂ ਆਖਿਆ ਹੋਇਆ ਉਪਦੇਸ਼ ਗੁਰਮੁਖਾਂ ਨੇ ਸ਼ਰਵਣ ਦੁਆਰਾ ਸਮਝਣਾ ਕੀਤਾ ਹੈ, ਫਿਰ ਮੰਨਣ ਕਰਕੇ ਨਿਧਿਆਸਨ ਕੀਤਾ ਹੈ, ਉਹ ਗੁਰਮੁਖ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਜਾਣ ਲੈਂਦਾ ਹੈ। ਰਾਰੈ ਰਵ ਰਹਿਆ ਸਭ ਅੰਤਰ ਜੇਤੇ ਕੀਏ ਜਨਤਾ। ਰਾਰੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦਿਆਂ ਹੋਇਆ ਸਾਡੇ ਕਲਯੁਗੀ ਜੀਵਾਂ ਤਾਈਂ ਪਾਵਨ ਉਪਦੇਸ਼ ਦੇ ਰਹੇ ਆ ਕਿ ਜਿਤਨੇ ਜੀਵ ਜਨਤਾ ਭਾਵ ਜੰਤ 84 ਲੱਖ ਜੂਨਾਂ ਵਿੱਚ ਪੈਦਾ ਕੀਤੇ ਹਨ ਸਾਰਿਆਂ ਦੇ ਹਿਰਦੇ ਵਿੱਚ ਪਰਮੇਸ਼ਰ ਰਵ ਰਹਿਆ ਵਿਆਪਕ ਹੋ ਰਿਹਾ। ਜੰਤ ਉਪਾਏ ਧੰਦੈ ਸਭ ਲਾਏ ਕਰਮ ਹੋਆ ਤਿਨ ਨਾਮ ਲਿਆ। ਪਹਿਲਾਂ ਸਾਰੇ ਜੀਵ ਜੰਤ ਉਪਾਏ ਪੈਦਾ ਕੀਤੇ, ਫਿਰ ਜਿਹੋ ਜਿਹੀ ਵਾਸ਼ਨਾ ਸੀ ਉਹਨਾਂ ਦੀ ਪ੍ਰਵਿਰਤੀ ਵੇਖ ਕੇ ਸਾਰਿਆਂ ਨੂੰ ਆਪੋ ਆਪਣੇ ਕਾਰ ਵਿਹਾਰਾਂ ਵਿੱਚ ਲਾਉਣਾ ਕੀਤਾ ਹੈ। ਜਿਨ੍ਹਾਂ ਦਾ ਪੂਰਬਲਾ ਨਿਸ਼ਕਾਮ ਕਰਮ ਕੀਤਾ ਹੋਇਆ ਜਾਗ ਪਿਆ ਉਹਨਾਂ ਨੇ ਪਰਮੇਸ਼ਰ ਦਾ ਨਾਮ ਲਿਆ ਕਿ ਇਹ ਲੈਣਾ ਕੀਤਾ ਹੈ। ਲੱਲੈ ਲਾਏ ਧੰਦੈ ਜਿਨ ਛੋਡੀ ਮੀਠਾ ਮਾਇਆ ਮੋਹ ਕੀਆ। ਲੱਲੇ ਅੱਖਰ ਦੁਆਰਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਧੰਦੈ ਕੰਮਾਂ ਵਿੱਚ ਲਾ ਛੱਡੀ ਹੈ, ਪਰ ਜੀਵਾਂ ਨੇ ਇਸ ਮਾਇਆ ਦੇ ਮੋਹ ਸਨੇਹ ਨੂੰ ਮਿੱਠਾ ਪਿਆਰਾ ਮੰਨ ਕੇ ਧਾਰਨ ਕੀਤਾ ਹੋਇਆ। ਮਾਇਆ ਦਾ ਮੋਹ ਹੈ ਤਾਂ ਮਿੱਠਾ, ਪਰ ਤੇਲੀਏ ਦੀ ਨਿਆਈ ਨਾਸ਼ ਕਰਨ ਵਾਲਾ ਜ਼ਹਿਰ ਰੂਪ ਹੈ। ਖਾਣਾ ਪੀਣਾ ਸਮ ਕਰ ਸਹਿਣਾ ਭਾਣੈ ਤਾ ਕੈ ਹੁਕਮ ਪਾਇਆ। ਜੋ ਵਾਹਿਗੁਰੂ ਦਾ ਦਿੱਤਾ ਜਾਣ ਕੇ ਪਦਾਰਥ ਖਾਂਦੇ ਹਨ ਤੇ ਵਾਹਿਗੁਰੂ ਦਾ ਦਿੱਤਾ ਜਾਣ ਕੇ ਪੀਂਦੇ ਹਨ ਅਤੇ ਦੁੱਖ ਸੁੱਖ ਨੂੰ ਸਮ ਬਰਾਬਰ ਕਰਕੇ ਸਹਾਰਦੇ ਹਨ। ਪਰਮੇਸ਼ਰ ਦੇ ਨਾਮ ਨੂੰ ਸ਼ਰਵਣ ਕਰਨਾ ਖਾਣਾ ਹੈ, ਮੰਨਣ ਕਰਨਾ ਪੀਣਾ ਹੈ। ਜੋ ਪਰਮੇਸ਼ਰ ਨੂੰ ਅੰਗ ਸੰਗ ਜਾਣ ਕੇ ਭੈ ਦਾ ਖਾਣਾ ਖਾਂਦੇ ਹਨ ਤੇ ਪ੍ਰੇਮ ਰੂਪ ਸ਼ਰਾਬ ਦੀ ਸੁਰਾਹੀ ਪੀਂਦੇ ਹਨ ਅਤੇ ਬਿਰਤੀ ਨੂੰ ਸਮਾਨ ਕਰਕੇ ਦੁੱਖ ਸੁੱਖ ਨੂੰ ਸਹਾਰਨਾ ਕਰਦੇ ਹਨ ਅਤੇ ਪਰਮੇਸ਼ਰ ਦੇ ਭਾਣੇ ਹੁਕਮ ਨੂੰ ਮੰਨਦੇ ਹਨ, ਤਾਂ ਕਿ ਉਹਨਾਂ ਦੇ ਤਾਈਂ ਸਰੂਪ ਵਿੱਚ ਅਭੇਦੋ ਜਾਣ ਦਾ ਹੁਕਮ ਪਿਆ ਹੈ। ਹੁਕਮ ਦੁਆਰਾ ਭਾਣਾ ਮੰਨ ਕੇ ਉਸ ਪਰਮੇਸ਼ਰ ਦੇ ਸਰੂਪ ਵਿੱਚ ਹੀ ਪੈ ਗਏ ਹਨ। ਵਵੈ ਵਾਸਦੇਵ ਪਰਮੇਸ਼ਰ ਵੇਖਣ ਕਉ ਜਿਨ ਵੇਸ ਕੀਆ। ਵਾਵੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਜੋ ਵਾਸਦੇਵ ਸਾਰਿਆਂ ਨੂੰ ਵਾਸਾ ਦੇਣ ਵਾਲਾ ਸਾਰਿਆਂ ਦਾ ਪ੍ਰਕਾਸ਼ਕ ਪਰਮੇਸ਼ਰ ਪਰਮ ਈਸ਼ਰ ਵੱਡੇ ਈਸ਼ਰ ਦੀ ਪੂਰਤੀ ਵਾਲਾ ਪਰਮੇਸ਼ਰ ਹੈ, ਜਿਸ ਪਰਮੇਸ਼ਰ ਨੇ ਜੀਵਾਂ ਨੂੰ ਦੇਖਣ ਤਾਈਂ ਭਾਵ ਪਰਖਣ ਵਾਸਤੇ ਸੰਸਾਰ ਰੂਪੀ ਵੇਸ ਲਿਬਾਸ ਬਣਾਉਣਾ ਕੀਤਾ ਹੈ। ਵੇਖੈ ਚਾਖੈ ਸਭ ਕਿਛ ਜਾਣੈ ਅੰਤਰ ਬਾਹਰ ਰਵ ਰਹਿਆ। ਸਾਰਿਆਂ ਦੇ ਕੀਤੇ ਗੁਪਤ ਕੰਮਾਂ ਨੂੰ ਵੇਖਦਾ ਵੀ ਆਪ ਹੈ, ਸਾਰਿਆਂ ਦੀ ਰਸਨਾ 'ਤੇ ਬੈਠ ਕੇ ਸਵਾਦ ਨੂੰ ਵੀ ਆਪ ਹੀ ਚੱਖਦਾ ਹੈ। ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ
ਚਕਸ਼ੂ ਭਾਵ ਨੇਤਰਾਂ ਨਾਲ ਵੇਖਦਾ ਹੈ, ਸਾਰਾ ਕੁਝ ਜਾਣਦਾ ਹੈ। ਜੀਵ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਵੇਖਦਾ ਤੇ ਜ਼ੁਬਾਨ ਨਾਲ ਸਵਾਦਾਂ ਨੂੰ ਚੱਖਦਾ, ਉਹ ਪਰਮੇਸ਼ਰ ਸਾਰਾ ਕੁਝ ਜਾਣਦਾ। ਉਸੇ ਪਰਮੇਸ਼ਰ ਨੂੰ ਹੀ ਵੇਖਣਾ ਕਰ, ਉਸੇ ਦੇ ਨਾਮ ਰਸ ਨੂੰ ਚਖਣਾ ਕਰ, ਜੋ ਸਭ ਕੁਝ ਜਾਣਦਾ ਹੈ, ਜੋ ਤੇਰੇ ਹਿਰਦੇ ਵਿੱਚ ਤੇ ਬਾਹਰ ਸੰਸਾਰ ਵਿੱਚ ਰਵ ਰਿਹਾ ਕਿ ਇਹ ਵਿਆਪਕ ਹੋ ਰਿਹਾ। ਅੜਾੜੈ ਰਾੜ ਕਰਹਿ ਕਿਆ ਪ੍ਰਾਣੀ, ਤਿਸਹਿ ਧਿਆਵੋ ਜੇ ਅਮਰ ਹੋਆ। ਅੜਾੜੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ ਕਿ ਇਹ ਪ੍ਰਾਣੀ ਪੁਰਖ ਅਵਿਦਿਆ ਵਿੱਚ ਪੈ ਕੇ ਰਾੜ ਝਗੜੇ ਕੀ ਕਰਦਾ ਹੈ। ਉਸ ਪਰਮੇਸ਼ਰ ਨੂੰ ਧਿਆਉਣਾ ਕਰ, ਜਿਸ ਦੇ ਅਮਰ ਹੁਕਮ ਕਰਕੇ ਸਾਰਾ ਸੰਸਾਰ ਪੈਦਾ ਹੋਇਆ ਹੈ। ਜਿਸ ਨੇ ਉਸ ਸਮਰੱਥ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਉਹ ਅਮਰ ਮਰਨ ਤੋਂ ਰਹਿਤ ਹੋ ਗਿਆ ਹੈ। ਤਿਸਹਿ ਧਿਆਵੋ ਸੱਚ ਸਮਾਵੋ, ਓਸ ਵਿਟਹੁ ਕੁਰਬਾਨ ਕੀਆ। ਜੇ ਉਸ ਪਰਮੇਸ਼ਰ ਨੂੰ ਧਿਆਵੋ ਸਿਮਰੋਗੇ ਤਾਂ ਸਤ ਸਰੂਪ ਵਿੱਚ ਸਮਾ ਜਾਓਗੇ, ਭਾਵ ਅਭੇਦ ਹੋ ਜਾਵੋਗੇ। ਉਸ ਪਰਮੇਸ਼ਰ ਦੇ ਉੱਪਰੋਂ ਗੁਰਮੁਖਾਂ ਨੇ ਆਪਣੇ ਆਪ ਨੂੰ ਕੁਰਬਾਨ ਬਲਿਹਾਰ ਕੀਤਾ ਹੋਇਆ। ਹਾ ਹੈ ਹੋਰ ਨ ਕੋਈ ਦਾਤਾ, ਜੀ ਉਪਾਏ ਜਿਨ ਰਿਜਕ ਦੀਆ। ਹਾਹੇ ਅੱਖਰ ਦੁਆਰਾ ਪਾਂਦੇ ਨੂੰ ਉਪਦੇਸ਼ ਦਿੰਦੇ ਹਨ ਕਿ ਨਿਸ਼ਚੇ ਕਰੋ ਕਿ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਅੰਨ ਦੂਸਰਾ ਕੋਈ ਵੀ ਦਾਤਾ ਦੇਣ ਵਾਲਾ ਨਹੀਂ, ਜਿਸ ਨੇ ਜੀਵਾਂ ਨੂੰ ਉਪਾਏ ਪੈਦਾ ਕਰਕੇ ਰੋਜੀ ਦਿੱਤੀ ਹੈ। ਕਿਉਂਕਿ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੈ ਹੈ। ਹਰ ਨਾਮ ਧਿਆਵੋ ਹਰ ਨਾਮ ਸਮਾਵੋ, ਅਨ ਦਿਨ ਲਾਹਾ ਹਰ ਨਾਮ ਲੀਆ। ਇਸ ਕਰਕੇ ਹੇ ਭਾਈ ਹਰੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੋ, ਨਾਮੀ ਹਰੀ ਦੇ ਵਿੱਚ ਸਮਾਉਣਾ ਕਰੋ, ਭਾਵ ਅਭੇਦ ਹੋ ਜਾਵੋ। ਜਿਸ ਕਰਕੇ ਅਨ ਦਿਨ ਰਾਤ ਦਿਨ ਹੀ ਵਾਹਿਗੁਰੂ ਨਾਮ ਕਰਕੇ ਜੀਵਨ ਮੁਕਤੀ ਦਾ ਲਾਭ ਪ੍ਰਾਪਤ ਕਰੋਗੇ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਲਾਹਾ ਲਾਭ ਲਿਆ ਹੈ, ਉਹਨਾਂ ਦੀ ਅਵਿਦਿਆ ਰੂਪੀ ਰਾਤ ਮਿਟ ਕੇ ਬ੍ਰਹਮ ਗਿਆਨ ਰੂਪੀ ਦਿਨ ਹੋ ਗਿਆ ਹੈ। ਆਏ ੜੈ ਆਪ ਕਰੇ ਜਿਨ ਛੋਡੀ, ਜੋ ਕਿਛ ਕਰਣਾ ਸੋ ਕਰ ਰਹਿਆ। ਆਇੜੈ ਐੜੇ ਅੱਖਰ ਦੁਆਰਾ ਪਾਂਦੇ ਨੂੰ ਸਿੱਖਿਆ ਦਿੰਦੇ ਹਨ ਕਿ ਜਿਸ ਵਾਹਿਗੁਰੂ ਨੇ ਆਪ ਇਹ ਸ੍ਰਿਸ਼ਟੀ ਪੈਦਾ ਕਰਕੇ ਛੋਡੀ ਕਹੀਏ ਛੱਡੀ ਹੈ, ਅਤੇ ਜਿਹੜਾ ਕੁਝ ਕਰਨਾ ਠੀਕ ਸਮਝਦਾ ਹੈ ਉਹ ਕਰ ਰਿਹਾ ਹੈ। ਕਰੇ ਕਰਾਏ ਸਭ ਕਿਛ ਜਾਣੈ, ਨਾਨਕ ਸਾਇਰ ਇਵ ਕਹਿਆ। ਆਪ ਹੀ ਸ੍ਰਿਸ਼ਟੀ ਪੈਦਾ ਕਰਦਾ ਹੈ ਅਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਪ੍ਰੇਰ ਕੇ ਉਤਪਤੀ ਪਾਲਣਾ ਲੈਤਾ ਕਰਾਉਂਦਾ ਹੈ, ਅਤੇ ਆਪ ਹੀ ਸਾਰਾ ਕੁਝ ਜਾਣਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਸਾਇਰ ਸਮੁੰਦਰ ਦੀ ਨਿਆਈ ਹੈ, ਤੇ ਬਾਕੀ ਵਿਸ਼ਨੂੰ ਬ੍ਰਹਮਾ ਸ਼ਿਵ ਜੀ ਅਵਤਾਰ ਆਦਿ ਇਹ ਲਹਿਰਾਂ ਦੀ ਨਿਆਈ ਹਨ। ਇਸ ਪ੍ਰਕਾਰ ਉਸ ਪਰਮੇਸ਼ਰ ਨੂੰ ਬੇਅੰਤ ਕਹਿਆ ਹੈ। ਵੱਡੇ ਵੱਡੇ ਬਿਆਸ ਵਿਸ਼ਿਸ਼ਟ ਤੇ ਅਨੇਕਾਂ ਸਾਇਰ ਕਵੀਆਂ ਨੇ, ਸਤਿਗੁਰਾਂ ਨੇ ਵੀ ਸਾਇਰ ਕਾਵ ਭਾਵ ਬਾਣੀ ਵਿੱਚ ਇਸ ਪ੍ਰਕਾਰ ਹੀ ਕਹਿਣਾ ਕੀਤਾ ਹੈ। ਸੋ 35 ਬੰਦਾਂ ਵਾਲੀ ਇੱਕੋ ਹੀ ਬਾਣੀ ਹੈ, ਜਿਸ ਦਾ ਸਰਲੇਖ ਪੱਟੀ ਹੈ। ਰਾਗ ਆਸਾ ਮਹੱਲਾ ਤੀਜਾ ਪੱਟੀ। ਇਸ ਸ਼ਬਦ ਦੀ ਉਥਾਨਕਾ ਗੋਇੰਦਵਾਲ ਸਾਹਿਬ ਦੀ ਧਰਤੀ ਨਾਲ ਸੰਬੰਧਿਤ ਹੈ। ਇੱਥੇ ਇੱਕ ਵਿਦਵਾਨ ਪੰਡਿਤ ਰਹਿੰਦਾ ਸੀ, ਜੋ ਬੱਚਿਆਂ ਨੂੰ ਵਿੱਦਿਆ ਤਾਂ ਪੜ੍ਹਾਉਂਦਾ ਹੀ ਸੀ, ਪਰ ਇਸ ਦੇ ਨਾਲ ਜਜਮਾਨ ਦੀਆਂ ਪੁੱਤਰੀਆਂ ਦੇ ਵਿਵਾਹ ਕਰਾਉਣ ਲਈ ਵਿਚੋਲਗਿਰੀ ਵੀ ਕਰਦਾ ਸੀ, ਕਿਉਂਕਿ ਉਹ ਇੱਕ ਸਮਾਂ ਐਸਾ ਸੀ ਕਿ ਵਿੱਦਿਆ ਦੇ ਪੜ੍ਹਨ ਪੜ੍ਹਾਉਣ ਦੀ ਮਰਿਆਦਾ ਇਹਨਾਂ ਪੰਡਤਾਂ ਦੇ ਕੋਲ ਹੀ ਹੁੰਦੀ ਸੀ। ਇਸ ਦੇ ਨਾਲ ਨਾਲ ਰਿਸ਼ਤੇ ਕਰਾਉਣ ਦੀ ਰੀਤ ਵੀ ਇਹੀ ਕਰਦੇ ਆਉਂਦੇ ਸਨ। ਬਸ ਇਸੇ ਰੀਤ ਅਨੁਸਾਰ ਪੰਡਿਤ ਨੇ ਲੜਕੀ ਵਾਲਿਆਂ ਤੋਂ 500 ਰੁਪਏ ਲੈ ਲਏ ਕਿ ਲੜਕਾ ਵੱਡੇ ਘਰ ਦਾ ਹੈ, 500 ਰੁਪਇਆ ਦੇਵੋ ਤਾਂ ਵਿਵਾਹ ਲਈ ਮੰਨਣਗੇ। ਲੜਕੀ ਵਾਲਿਆਂ ਨੇ 500 ਰੁਪਈਆ ਦੇ ਦਿੱਤਾ, ਪਰ ਜਦੋਂ ਬਾਅਦ ਵਿੱਚ ਭੇਦ ਖੁੱਲ੍ਹਿਆ ਕਿ ਉਹਨਾਂ ਨੇ ਤਾਂ ਕੋਈ ਪੈਸਾ ਲਿਆ ਨਹੀਂ, ਲਾਲਚਵਸ ਹੋ ਕੇ ਪੰਡਿਤ ਨੇ ਪੈਸੇ ਆਪਣੇ ਕੋਲ ਰੱਖੇ ਹਨ। ਉਸ ਪੰਡਿਤ ਨੂੰ ਫੜ ਕੇ ਸਤਿਗੁਰਾਂ ਕੋਲ ਲਿਆਂਦਾ ਕਿ ਮਹਾਰਾਜ, ਇਹ ਬ੍ਰਾਹਮਣ ਤੁਹਾਡੀ ਪੁਰੀ ਵਿੱਚ ਰਹਿੰਦਾ ਹੋਇਆ
ਰਿਸ਼ਤੇ ਕਰਾਉਣ ਦੀਆਂ ਵੱਡੀਆਂ ਲੈਂਦਾ ਹੈ। ਇਹ ਬੱਚਿਆਂ ਨੂੰ ਕੀ ਵਿੱਦਿਆ ਪੜ੍ਹਾਏਗਾ। ਇਹ ਸੁਣ ਕੇ ਸਤਿਗੁਰੂ ਜੀ ਪੰਡਤ ਦੇ ਪਰਥਾਏ ਸਿੱਖਿਆ ਦਿੰਦੇ ਹਨ। ਆਸਾ ਰਾਗ ਵਿੱਚ ਤੀਸਰੇ ਪਾਤਸ਼ਾਹ ਜੀ ਪੱਟੀ ਨਾਮੇ ਬਾਣੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਅਯੋ ਅੰਗੈ ਸਭ ਜਗ ਆਇਆ ਕਾਖੈ ਘੰਗੈ ਕਾਲ ਭਇਆ। ਆਇਓ ਕਹੀਏ ਆਇੜੇ ਦੁਆਰਾ ਆਇਓ ਭਾਵ ਅੰਗ ਆ ਅੱਖਰਾਂ ਦੁਆਰਾ ਕਥਨ ਕਰਦੇ ਹਨ ਕਿ ਸਾਰਾ ਸੰਸਾਰ ਪਰਮੇਸ਼ਰ ਦੇ ਅੰਗੈ ਕਹੀਏ ਅੰਗਾਂ ਤੋਂ ਆਇਓ ਆਇਆ ਹੈ। ਸਾਰਾ ਸੰਸਾਰ ਅੰਗਾਂ ਵਾਲੇ ਸਰੀਰਾਂ ਵਿੱਚ ਆਇਆ ਹੋਇਆ ਹੈ। ਕਾਖੈ ਘੰਗੈ ਕਾਲ ਭਇਆ। ਪਾਤਸ਼ਾਹ ਫਰਮਾਉਂਦੇ ਜਿਹੜਾ ਪਰਮੇਸ਼ਰ ਸਾਰਿਆਂ ਦੇ ਹਿਰਦਿਆਂ ਵਿੱਚ ਆਇਆ ਹੋਇਆ, ਸਾਰਾ ਸੰਸਾਰ ਉਸ ਤੋਂ ਹੀ ਆਇਆ। ਇਹ ਕਿ ਜਿਹੜਾ ਖੈ ਨਾਸ਼ ਰੂਪ ਸੰਸਾਰ ਪੈਦਾ ਕਾ ਕੀਤਾ ਹੋਇਆ ਹੈ, ਇਸ ਦਾ ਅੰਤ ਨੂੰ ਕਾਲ ਹੀ ਘਰ ਹੈ। ਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵੀਸਰਿਆ। ਰੀ ਕਹੀਏ ਰੀ ਤੇ ਲੱਲੀ ਸੋ ਅੱਖਰਾਂ ਦੁਆਰਾ ਕਥਨ ਕਰਦੇ ਹਨ ਕਿ ਸੰਸਾਰ ਦੇ ਜੀਵਾਂ ਨੇ ਪਾਪ ਹੀ ਕਮਾਉਣਾ ਕੀਤੇ ਹਨ ਅਤੇ ਅਵਗਣ ਔਗਣਾਂ ਦੀ ਪੜ੍ਹਾਈ ਪੜ੍ਹਨ ਕਰਕੇ ਸ਼ੁਭ ਗੁਣਾਂ ਨੂੰ ਵੀਸਰਿਆ ਭੁਲਾ ਹੀ ਦਿੱਤਾ ਹੈ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ ਰਹਾਉ। ਹੇ ਪੰਡਿਤ ਜੀ, ਹਿਰਦੇ ਵਿੱਚ ਚੇਤੇ ਕਰਕੇ ਇਹੋ ਜਿਹਾ ਲੇਖਾ ਹਿਸਾਬ ਕਿਤਾਬ ਲੋਕਾਂ ਨਾਲ ਠੱਗੀ ਮਾਰਨ ਵਾਲਾ ਤੂੰ ਕੀ ਪੜ੍ਹਿਆ ਹੋਇਆ ਅਤੇ ਲੜਕਿਆਂ ਨੂੰ ਪੜ੍ਹਾ ਰਿਹਾ ਹੈ, ਜਿਸ ਕਰਕੇ ਅੰਤ ਨੂੰ ਪਰਲੋਕ ਵਿੱਚ ਹਿਸਾਬ ਕਿਤਾਬ ਦੇਣਾ ਤੇਰੇ ਸਿਰ ਉੱਤੇ ਰਹਿ ਗਿਆ, ਭਾਵ ਜਮਾਂ ਦੇ ਵਸ ਪੈ ਕੇ ਤੈਨੂੰ ਲੇਖਾ ਦੇਣਾ ਪਵੇਗਾ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਸਿਧੰਘਾਈਐ ਸਿਮਰਹਿ ਨਾਹੀ ਨੰਨੈ ਨਾ ਤੁਧ ਨਾਮ ਲਿਆ। ਸਿਧੰਘਾਈਐ ਜਿਵੇਂ ਪਾਂਦੇ ਪੱਟੀ ਉੱਤੇ ਬੱਚਿਆਂ ਨੂੰ ਉਹ ਨਮ ਸਿਧੰ ਅੱਖਰ ਪਾ ਕੇ ਦਿੰਦੇ ਸਨ। ਮੁਰਾਦ ਹੁੰਦੀ ਸੀ ਕਿ ਤੈਨੂੰ ਵਿੱਦਿਆ ਵਿੱਚ ਸਿੱਧੀ ਪ੍ਰਾਪਤ ਹੋਵੇ। ਸੋ ਸਤਿਗੁਰੂ ਜੀ ਸਿਧੰਘਾਈਐ ਸੱਸਾ ਧੱਦਾ ngੰਗਾ ਈੜੀ ਅਤੇ ਐੜੇ ਅੱਖਰ ਦੁਆਰਾ ਕਥਨ ਕਰਦੇ ਆ ਕਿ ਹੇ ਪੰਡਿਤ ਜੀ, ਸਿਧੰਘਾਈਐ ਸਿੱਧ ਅੰਗ ਆਈਐ, ਭਾਵ ਜੋ ਸਿੱਧ ਪ੍ਰਮਾਤਮਾ ਸਾਰਿਆਂ ਸਰੀਰਾਂ ਦੇ ਅੰਗ ਅੰਗਾਂ ਵਿੱਚ ਆਇਆ, ਭਾਵ ਆਇਆ ਹੋਇਆ ਜੋ ਪੱਟੀ 'ਤੇ ਪਾਂਦੇ ਉਹ ਨਮ ਸਿੱਧੰ ਲਿਖਦੇ ਉਸੇ ਦੁਆਰਾ ਉਪਦੇਸ਼ ਕਰਦੇ ਹਨ। ਉਹ ਸਰਬ ਵਿਆਪੀ ਪ੍ਰਭੂ ਨੂੰ ਸਿਮਰੈ ਯਾਦ ਨਹੀਂ ਕਰਦਾ। ਨੰਨੇ ਅੱਖਰ ਦੁਆਰਾ ਕਹਿੰਦੇ ਹਨ ਕਿ ਨਾ ਹੀ ਤੂੰ ਪਰਮੇਸ਼ਰ ਦਾ ਨਾਮ ਲਿਆ, ਭਾਵ ਸਿਮਰਨ ਕਰਨ ਵੱਲੋਂ ਨਨਕਾਰ ਇਨਕਾਰ ਹੀ ਕੀਤਾ ਹੈ। ਛੱਛੈ ਚੀਜੈ ਐਹਨ ਸਮੂੜੇ ਕਿਉ ਛੂਟੈ ਜਮ ਪਾਕੜਿਆ। ਛੱਛੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਹੇ ਮੂੜੇ ਮੂਰਖ, ਰਾਤ ਦਿਨ ਤੇਰੀ ਉਮਰ ਚੀਜੈ ਖੀਨ ਭਾਵ ਨਾਸ਼ ਹੁੰਦੀ ਜਾਂਦੀ। ਜਿਸ ਵੇਲੇ ਤੈਨੂੰ ਜਮਦੂਤਾਂ ਨੇ ਆ ਕੇ ਪਾਕੜਿਆ ਫੜ ਲਿਆ ਤਾਂ ਕਿਵੇਂ ਛੁੱਟੇਗਾ। ਬੱਬੈ ਬੂਝੈ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ। ਬੱਬੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਹੇ ਮੂੜੇ ਮੂਰਖ ਪੰਡਿਤ, ਤੂੰ ਸ਼ਾਸਤਰ ਗਿਆਨ ਪੜ੍ਹ ਕੇ ਵੀ ਪਰਮੇਸ਼ਰ ਨੂੰ ਬੂਝੈ ਸਮਝਦਾ ਨਹੀਂ ਅਤੇ ਭਰਮ ਵਿੱਚ ਭੁੱਲੇ ਦਾ ਤੇਰਾ ਮਨੁੱਖਾ ਜਨਮ ਵਿਅਰਥ ਹੀ ਚਲਿਆ ਗਿਆ ਹੈ। ਅਣਹੋਦਾ ਨਾਉ ਧਰਾਇਓ ਪਾਦਾ ਅਵਰਾ ਕਾ ਭਾਰ ਤੁਧ ਲਿਆ। ਹੇ ਪੰਡਿਤ, ਤੂੰ ਆਪਣਾ ਅਯੋਗ ਹੀ ਨਾਮ ਪਾਂਦਾ ਉਪਦੇਸ਼ ਦੇਣ ਵਾਲਾ ਧਰਾਇਓ ਰਖਾ ਲਿਆ। ਪਾਦਾ ਪਦਤੀਆ ਵਾਲਾ ਬੱਚਿਆਂ ਨੂੰ ਸਿੱਖਿਆ ਦੇਣ ਵਾਲਾ ਅਣਹੋਦਾ ਅਣਹੋਇਆ ਨਾਮ ਤੈਂ ਰੱਖ ਲਿਆ, ਪਰ ਮਨ ਰੂਪੀ ਬਾਲਕ ਨੂੰ ਤੂੰ ਪੜ੍ਹਾਇਆ ਨਹੀਂ। ਅਰਥਾਤ ਤੂੰ ਸੱਤ ਅਸੱਤ ਦੇ ਵਿਚਾਰ ਰੂਪੀ ਹਿਸਾਬ ਤੋਂ ਰਹਿਤ ਹੈ। ਸਗੋਂ ਪਾਦਾ ਨਾਮ ਰਖਾ ਕੇ ਹੋਰਨਾਂ ਨੂੰ ਵਿੱਦਿਆ ਪੜ੍ਹਾਉਣ ਦਾ ਤੂੰ ਆਪਣੇ ਸਿਰ 'ਤੇ ਭਾਰ ਬੋਝ ਲੈ ਲਿਆ, ਭਾਵ ਲਾਇਕ ਬਣਾਉਣ ਦੀ ਜ਼ਿੰਮੇਵਾਰੀ ਲੈ ਲਈ ਹੈ। ਜੱਜੈ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵਹਿਗਾ।
ਜੱਜੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਹ ਮੂੜੇ ਮੂਰਖ ਪੰਡਤ, ਜਿਵੇਂ ਕਿਸੇ ਦੀ ਅੱਖਾਂ ਦੀ ਜੋਤ ਘਟ ਜਾਵੇ, ਇਵੇਂ ਤੇਰੀ ਚਮਤਕਾਰੀ ਬੁੱਧੀ ਔਗਣਾ ਨੇ ਹਿਰ ਚੁਰਾ ਲਈ ਹੈ। ਜੋ ਆਤਮ ਗਿਆਤ ਹੈ ਉਹ ਤੇਰੀ ਅਗਿਆਨ ਨੇ ਹਿਰ ਕੇ ਇਹ ਚੁਰਾ ਲਈ ਆ। ਜਦੋਂ ਅੰਤ ਅਖੀਰ ਭਾਵ ਪ੍ਰਲੋਕ ਨੂੰ ਗਿਆ ਤਾਂ ਪਛਤਾਤਾਪ ਹੀ ਕਰੇਗਾ। ਏਕ ਸ਼ਬਦ ਤੂੰ ਚੀਨਹਿ ਨਾਹੀ, ਫਿਰ ਜੂਨੀ ਆਵਹਿਗਾ। ਇੱਕ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਤੂੰ ਚੀਨਹਿ ਜਾਣਦਾ ਨਹੀਂ ਹੈ, ਇਸ ਲਈ ਫਿਰ ਮੁੜ ਕੇ 84 ਲੱਖ ਜੂਨੀਆਂ ਵਿੱਚ ਆਵੇਂਗਾ। ਤੁਧ ਸਿਰ ਲਿਖਿਆ ਸੋ ਪੜ੍ਹ ਪੰਡਤ, ਅਵਰਾ ਨੋ ਨ ਸਿਖਾਲ ਵਿਖਿਆ। ਹੇ ਪੰਡਤ, ਜੋ ਤੇਰੇ ਸਿਰ ਮਸਤਕ ਤੇ ਮੰਦ ਕਰਮਾਂ ਦਾ ਲੇਖ ਲਿਖਿਆ ਹੋਇਆ ਉਹ ਪੜ੍ਹ ਵਿਚਾਰ ਨਾ ਕਰ। ਹੋਰਨਾਂ ਨੂੰ ਤੂੰ ਇਹੋ ਜਿਹੀ ਵਿਖਿਆ ਜ਼ਹਿਰ ਰੂਪੀ ਵਿਦਿਆ ਨੂੰ ਨਾ ਸਿਖਾਉਣਾ ਕਰ, ਭਾਵ ਵੇਹੋ ਵਰਗੀ ਦੁਖਦਾਈ ਸਿੱਖਿਆ ਨਾ ਸਿਖਾ। ਪਹਿਲਾ ਫਾਹਾ ਪਿਆ ਪਾਦੇ, ਪਿੱਛੋਂ ਦੇ ਗਲ ਚਾਟੜਿਆ। ਹੇ ਪਾਂਦੇ ਉਪਦੇਸ਼ ਦੇਣ ਵਾਲਿਆ, ਪੱਧਤੀਆਂ ਦੱਸਣ ਵਾਲਿਆ, ਤੇ ਪਹਿਲਾਂ ਤੇਰੀ ਗਰਦਨ ਵਿੱਚ ਜਮਾਂ ਦਾ ਫੰਦਾ ਪਾਇਆ ਜਾਵੇਗਾ, ਜੂਨਾਂ ਵਿੱਚ ਜਾਣ ਰੂਪ ਫੰਦਾ ਪਾਇਆ ਜਾਵੇਗਾ, ਅਤੇ ਪਿੱਛੋਂ ਪੜ੍ਹਨ ਵਾਲਿਆਂ ਚਾਟੜਿਆਂ ਚੇਲਿਆਂ ਦੇ ਗਲ ਕੰਠ ਵਿੱਚ ਜੰਮਣ ਮਰਨ ਦਾ ਫੰਦਾ ਪਾਇਆ ਜਾਵੇਗਾ। ਸੱਸੈ ਸੰਜਮ ਗਇਓ ਮੂੜੇ, ਏਕ ਦਾਨ ਤੁਧ ਕੁਥਾਇ ਲਿਆ। ਸੱਸੇ ਅੱਖਰ ਦੁਆਰਾ ਕਥਨ ਕਰਦੇ ਹਨ ਕਿ ਇਹ ਮੂੜੇ ਮੂਰਖ, ਜਿਹੜਾ ਭਜਨ ਬੰਦਗੀ ਦਾ ਸੰਜਮ ਰੂਪ ਸਾਧਨ ਕਰਨਾ ਸੀ, ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ ਸੀ, ਉਹ ਤੇਰੇ ਅੰਦਰੋਂ ਚਲਾ ਗਿਆ। ਭਾਵ ਜੋ ਤੂੰ ਇੱਕ ਕੁਥਾਏ ਖੋਟੇ ਥਾਂ ਤੋਂ ਦਾਨ ਲਿਆ, ਕਿਹੜਾ ਦਾਨ? ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ, ਏਤ ਧਾਨ ਖਾਧੈ ਤੇਰਾ ਜਨਮ ਗਿਆ। ਹਾਂ, ਸਾਈ ਉਸ ਜਜਮਾਨ ਦਾਨ ਦੇਣ ਵਾਲੇ ਦੀ ਪੁੱਤਰੀ ਧੀ, ਸਾ ਉਹ ਤੇਰੀ ਹੀ ਧੀ ਸੀ। ਭਾਵ ਜਿਹੋ ਜਿਹੇ ਜਜਮਾਨ ਦੀ ਧੀ ਦੇ ਵਿਆਹ ਬਾਬਤ ਪੈਸੇ ਲੈ ਲਏ, ਉਹੋ ਜਿਹੇ ਤੂੰ ਆਪਣੀ ਧੀ ਦੇ ਪੈਸੇ ਲੈ ਲਏ। ਇਸੇ ਤਰ੍ਹਾਂ ਧਾਨ ਅੰਨ ਖਾਧਿਆਂ ਤੇਰਾ ਮਨੁੱਖਾ ਜਨਮ ਬੇਅਰਥ ਹੀ ਚਲਾ ਗਿਆ। ਭਾਵ ਜੋ ਵਿਵਾਹ ਕਰਾਉਣ ਦੀ ਵੱਡੀ ਖਾਧੀ ਹੈ, ਇਸ ਤਰ੍ਹਾਂ ਦਾ ਅੰਨ ਖਾਣ ਕਰਕੇ ਤੇਰਾ ਮਨੁੱਖਾ ਜਨਮ ਨਿਸਫਲ ਹੀ ਚਲਾ ਗਿਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।